ਅੱਜ ਦੀ ਕਹਾਣੀ 3 ਮੁੰਡਿਆਂ ਦੀ ਮਾਂ। ਕਿਰਪਾ ਕਰਕੇ ਕਹਾਣੀ ਨੂੰ ਅੰਤ ਤੱਕ ਸੁਣਿਓ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸਿਓ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਸ਼ੁਰੂ ਕਰਦੇ ਹਾਂ ਕਹਾਣੀ। ਸੁਮਨ ਦਾ ਵਿਆਹ ਕਾਲਜ ਖਤਮ ਕਰਦਿਆਂ ਹੋ ਗਿਆ ਸੀ। ਮਨਪ੍ਰੀਤ ਉਸਦੀ ਪੱਕੀ ਸਹੇਲੀ ਸੀ, ਜਿਸ ਨਾਲ ਸੁਮਨ ਵਿਆਹ ਤੋਂ ਬਾਅਦ ਵੀ ਗੱਲਾਂ ਕਰਦੀ ਰਹੀ। ਸੁਮਨ ਦੇ ਵਿਆਹ ਤੋਂ 1 ਸਾਲ ਬਾਅਦ ਸਤਪਾਲ ਦਾ ਜਨਮ ਹੋਇਆ। ਪਹਿਲਾ ਬੱਚਾ ਹੋਣ ਕਾਰਨ ਸੁਮਨ ਦੇ ਦਿਲ ਦਾ ਟੁਕੜਾ ਸੀ ਸਤਪਾਲ। ਸੁਮਨ ਤੇ ਸੁਖਦੇਵ ਨੇ ਸਾਰੇ ਚਾਅ ਪੂਰੇ ਕੀਤੇ ਤੇ ਜਦੋਂ ਸਤਪਾਲ ਸਕੂਲ ਜਾਣ ਲੱਗਾ ਤਾਂ ਸੁਮਨ ਦੁਬਾਰਾ ਪ੍ਰੈਗਨੈਂਟ ਹੋਈ। ਇਸ ਵਾਰ ਫੇਰ ਉਸਦੇ ਪੁੱਤਰ ਹੋਇਆ। ਸੁਖਦੇਵ ਖੁਸ਼ ਸੀ, ਪਰ ਉਹ ਬੇਟੀ ਦੀ ਉਮੀਦ ਲਗਾ ਕੇ ਬੈਠਾ ਸੀ। ਸੁਖਦੇਵ ਆਪਣੀ ਮਾਂ ਨੂੰ ਬਹੁਤ ਯਾਦ ਕਰਦਾ ਸੀ ਤੇ ਉਹ ਚਾਹੁੰਦਾ ਸੀ ਕਿ ਜੇ ਧੀ ਹੋ ਜਾਵੇ ਤਾਂ ਬਿਲਕੁਲ ਮੇਰੀ ਮਾਂ ਵਰਗੀ ਹੋਵੇਗੀ। ਉਸ ਨੂੰ ਲੱਗਦਾ ਸੀ ਜਿਵੇਂ ਉਸਦੀ ਮਾਂ ਵਾਪਸ ਆ ਜਾਵੇਗੀ। ਤੀਸਰੀ ਵਾਰ ਸੁਮਨ ਨੇ ਧੀ ਲਈ ਟਰਾਈ ਕੀਤਾ, ਉਹ ਵੀ ਸੁਖਦੇਵ ਦੇ ਕਹਿਣ ਤੇ ਫਿਰ ਬੇਟਾ ਹੀ ਹੋਇਆ। ਸੁਮਨ ਖੁਸ਼ ਸੀ ਤੇ ਸੁਖਦੇਵ ਨੇ ਰੱਬ ਦਾ ਭਾਣਾ ਸਮਝ ਕੇ ਮੰਨ ਲਿਆ। ਸੁਮਨ ਤੇ ਸੁਖਦੇਵ ਦੇ ਵਿਆਹ ਨੂੰ 22 ਸਾਲ ਹੋ ਗਏ ਸਨ, ਪਰ ਸੁਖਦੇਵ ਅੱਜ ਵੀ ਸੁਮਨ ਨਾਲ ਉਵੇਂ ਹੀ ਘਰ 'ਚ ਹਾਸੇ ਮਜ਼ਾਕ ਦਾ ਮਾਹੌਲ ਬਣਾਈ ਰੱਖਦਾ ਸੀ। ਸੁਮਨ 'ਚ ਉਸਦੀ ਜਾਨ ਵਸਦੀ ਸੀ ਤੇ ਅੱਜ ਵੀ ਸੁਮਨ ਨੂੰ ਰੋਮਾਂਟਿਕ ਗੱਲਾਂ ਕਰਕੇ ਹਸਾਉਂਦਾ ਰਹਿੰਦਾ ਸੀ। ਇੱਕ ਦਿਨ ਮਨਪ੍ਰੀਤ ਦਾ ਫੋਨ ਆਇਆ ਕਿ ਮੈਂ ਆਪਣੇ ਘਰ ਪ੍ਰੋਗਰਾਮ ਕਰ ਰਹੀ ਹਾਂ ਤੇ ਸੁਮਨ ਨੂੰ ਆਉਣ ਲਈ ਕਿਹਾ। ਸੁਮਨ ਨੇ ਪੁੱਛਿਆ ਕਿ ਕਿਸ ਤਰ੍ਹਾਂ ਦਾ ਪ੍ਰੋਗਰਾਮ ਹੈ ਤਾਂ ਮਨਪ੍ਰੀਤ ਨੇ ਸਰਪ੍ਰਾਈਜ਼ ਕਹਿ ਕੇ ਟਾਲ ਦਿੱਤਾ, ਪਰ ਸੁਮਨ ਨੇ ਝੱਟ ਹਾਂ ਕਰ ਦਿੱਤੀ। ਅੱਜ ਮਨਪ੍ਰੀਤ ਦੇ ਘਰ ਸਕੂਲ ਦੀਆਂ ਸਹੇਲੀਆਂ ਦਾ ਇਕੱਠ ਸੀ। ਸਾਰੀਆਂ ਸਹੇਲੀਆਂ ਕਰੀਬ 20-22 ਸਾਲਾਂ ਬਾਅਦ ਮਿਲੀਆਂ ਸਨ। ਹਰ ਕੋਈ ਇੱਕ ਦੂਜੇ ਦਾ ਹਾਲ ਚਾਲ ਪੁੱਛ ਰਿਹਾ ਸੀ। ਮਨਪ੍ਰੀਤ ਅਤੇ ਸੁਮਨ ਪੱਕੀਆਂ ਸਹੇਲੀਆਂ ਸਨ, ਇੱਕ ਦੂਜੇ ਨੂੰ ਮਿਲਦੀਆਂ ਸਨ, ਪਰ ਉਹ ਗੁਰਪ੍ਰੀਤ, ਪ੍ਰਭਜੋਤ ਤੇ ਸਿਮਰਨ ਨੂੰ ਅੱਜ 20 ਸਾਲ ਬਾਅਦ ਹੀ ਮਿਲੀਆਂ ਸਨ। ਫਿਰ ਪਰਿਵਾਰਿਕ ਜੀਵਨ ਅਤੇ ਬੱਚਿਆਂ ਬਾਰੇ ਚਰਚਾ ਚੱਲ ਰਹੀ ਸੀ। ਮਨਪ੍ਰੀਤ ਨੇ ਸਾਰੀਆਂ ਸਹੇਲੀਆਂ ਨੂੰ ਪੁੱਛਿਆ ਕਿ ਉਹਨਾਂ ਦੇ ਕਿੰਨੇ ਬੱਚੇ ਹਨ। ਗੁਰਪ੍ਰੀਤ ਨੇ ਕਿਹਾ, ਮੇਰੀਆਂ 2 ਧੀਆਂ ਹਨ। ਪ੍ਰਭਜੋਤ ਨੇ ਪੂਰੀ ਖੁਸ਼ੀ ਜ਼ਾਹਰ ਕਰਦੇ ਕਿਹਾ ਕਿ ਮੈਂ ਇਸ ਮਾਮਲੇ ਵਿੱਚ ਬਹੁਤ ਭਾਗਸ਼ਾਲੀ ਹਾਂ, ਮੇਰਾ ਇੱਕ ਪੁੱਤਰ ਅਤੇ ਇੱਕ ਧੀ ਹੈ। ਗੁਰਪ੍ਰੀਤ ਮਨ ਵਿੱਚ ਬੁੜਬੁੜਾਉਣ ਲੱਗੀ। ਉਸਨੇ ਚਿੜ ਕੇ ਕਿਹਾ ਕਿ ਧੀ ਜਾਂ ਪੁੱਤਰ ਨੂੰ ਜਨਮ ਦੇਣਾ ਕਿਸੇ ਦੇ ਵੱਸ ਵਿੱਚ ਨਹੀਂ ਹੈ। ਗੁਰਪ੍ਰੀਤ ਨੇ ਮਨਪ੍ਰੀਤ ਤੇ ਸੁਮਨ ਨੂੰ ਪੁੱਛਿਆ ਕਿ ਤੁਹਾਡੇ ਕਿੰਨੇ ਬੱਚੇ ਹਨ। ਮਨਪ੍ਰੀਤ ਨੇ ਦੱਸਿਆ ਕਿ ਮੇਰੇ 2 ਪੁੱਤਰ ਹਨ ਅਤੇ ਸੁਮਨ ਦੇ 3 ਹਨ। ਗੁਰਪ੍ਰੀਤ ਨੇ ਸੁਮਨ ਨੂੰ ਕਿਹਾ ਕਿ ਲੱਗਦਾ ਹੈ ਕਿ ਇੱਕ ਧੀ ਦੀ ਇੱਛਾ ਵਿੱਚ ਤੂੰ ਇੱਕ ਹੋਰ ਪੁੱਤਰ ਕਰ ਲਿਆ। ਸੁਮਨ ਨੇ ਕਿਹਾ ਕਿ ਹਾਂ, ਤੇਰੇ ਭਾਜੀ ਨੂੰ ਧੀ ਚਾਹੀਦੀ ਸੀ, ਨਹੀਂ ਤਾਂ ਇਸ ਮਹਿੰਗਾਈ ਦੇ ਜ਼ਮਾਨੇ ਵਿੱਚ 2 ਹੀ ਕਾਫੀ ਹਨ। ਭਾਵੇਂ ਧੀ ਹੋਵੇ ਜਾਂ ਪੁੱਤਰ, ਮੈਨੂੰ ਦੋਵਾਂ 'ਚ ਕੋਈ ਫਰਕ ਨਹੀਂ ਲੱਗਦਾ। ਗੁਰਪ੍ਰੀਤ ਨੇ ਕਿਹਾ ਕਿ ਨਹੀਂ ਸੁਮਨ, ਇਹ ਸਭ ਕਹਿਣਾ ਆਸਾਨ ਹੈ। ਤੇਰੇ 3 ਪੁੱਤਰ ਹਨ, ਇਸੇ ਲਈ ਤੂੰ ਇਹ ਕਹਿ ਰਹੀ ਹੈ, ਨਹੀਂ ਤਾਂ ਮੈਨੂੰ ਪਤਾ ਹੈ ਕਿ ਇੱਕ ਧੀ ਦੀ ਮਾਂ ਹੋਣ ਦਾ ਕੀ ਕਰਜ਼ ਹੈ। ਮੈਂ ਅਤੇ ਸੁਖਵਿੰਦਰ ਬਹੁਤ ਖੁਸ਼ ਹਾਂ ਕਿ ਸਾਡੀਆਂ ਧੀਆਂ ਪੁੱਤਰਾਂ ਤੋਂ ਘੱਟ ਨਹੀਂ ਹਨ, ਪਰ ਕੌੜਾ ਘੁੱਟ ਇਹ ਹੈ ਕਿ ਇਹ ਸਮਾਜ ਧੀ ਦੀ ਮਾਂ ਨੂੰ ਗਰੀਬ ਬਣਾ ਦਿੰਦਾ ਹੈ। ਪਰ ਜਦੋਂ ਧੀਆਂ ਪਿਆਰ ਨਾਲ ਆ ਕੇ ਰੋਟੀ ਖਵਾਉਂਦੀਆਂ, ਸੇਵਾ ਕਰਦੀਆਂ, ਘਰ 'ਚ ਮਦਦ ਕਰਦੀਆਂ, ਫਿਰ ਅਹਿਸਾਸ ਹੁੰਦਾ ਕਿ ਇਹ ਕਿੰਨੀਆਂ ਸਿਆਣੀਆਂ ਤੇ ਮਲਾਪੜੀਆਂ ਹਨ। ਸੁਮਨ ਨੇ ਕਿਹਾ, ਚੱਲ ਯਾਰ, ਦਿਲ ਨਾ ਛੋਟਾ ਕਰ। ਕੋਈ ਕੀ ਸੋਚਦਾ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਬੱਚੇ ਸਾਡੇ ਹਨ, ਅਸੀਂ ਕੀ ਸੋਚਦੇ ਹਾਂ, ਸਾਡੇ ਬੱਚੇ ਸਾਡਾ ਮਾਣ ਹਨ। ਗੁਰਪ੍ਰੀਤ ਨੇ ਪੁੱਛਿਆ, ਵੈਸੇ ਸੁਮਨ ਮੈਨੂੰ ਦੱਸੋ ਤੁਹਾਡੇ ਬੇਟੇ ਦੀ ਉਮਰ ਕਿੰਨੀ ਹੈ। ਸੁਮਨ ਨੇ ਦੱਸਿਆ ਕਿ ਮੇਰਾ ਵੱਡਾ ਪੁੱਤਰ ਸਤਪਾਲ 21 ਸਾਲ ਦਾ ਹੈ। ਗੁਰਪ੍ਰੀਤ ਨੇ ਕਿਹਾ ਕਿ ਮਜ਼ੇ ਦੀ ਗੱਲ ਹੈ, ਤੇਰੇ ਕੋਲ 3 ਨੂੰਹਾਂ ਹੋਣਗੀਆਂ, ਤੂੰ ਤੇ ਰੱਜ ਕੇ ਸੇਵਾ ਕਰਵਾਈ। ਸੁਮਨ ਨੇ ਕਿਹਾ, ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਨੂੰਹ ਨਹੀਂ ਧੀ ਚਾਹੁੰਦੀ ਹਾਂ, ਅਤੇ ਸੇਵਾ ਦੀ ਗੱਲ ਕਰੀਏ ਤਾਂ ਮੈਂ ਆਪਣੇ ਪੁੱਤਰਾਂ ਤੋਂ ਇਹ ਉਮੀਦ ਕਰਦੀ ਹਾਂ, ਕਿਉਂਕਿ ਮੈਂ ਆਪਣੇ ਪੁੱਤਰਾਂ ਨੂੰ ਪਾਲਿਆ ਹੈ, ਨਾ ਕਿ ਆਪਣੀ ਨੂੰਹ ਨੂੰ। ਪ੍ਰਭਜੋਤ ਨੇ ਕਿਹਾ ਕਿ ਤੂੰ ਠੀਕ ਕਹਿ ਰਹੀ ਹੈ, ਪਰ ਧੀ ਜ਼ਰੂਰੀ ਹੈ। ਨੂੰਹ ਤਾਂ ਪਰਾਈ ਹੁੰਦੀ ਹੈ ਤੇ ਉਸਦੇ ਆਉਂਦਿਆਂ ਹੀ ਪੁੱਤ ਵੀ ਪਰਾਏ ਹੋ ਜਾਂਦੇ ਹਨ। ਤੁਹਾਡੇ ਦੋਹਾਂ ਦੀਆਂ ਧੀਆਂ ਨਹੀਂ ਹਨ, ਤੁਸੀਂ ਦੋਵੇਂ ਬਹੁਤ ਹੀ ਬਦਕਿਸਮਤ ਹੋ।
ਮਨਪ੍ਰੀਤ ਨੇ ਕਿਹਾ ਕਿ ਅਜਿਹਾ ਕੁਝ ਨਹੀਂ ਹੈ ਪ੍ਰਭਜੋਤ। ਨੂੰਹਾਂ ਪਰਾਈਆਂ ਹੁੰਦੀਆਂ ਹਨ ਤੇ ਪੁੱਤਰ ਆਉਂਦਿਆਂ ਹੀ ਪਰਾਏ ਹੋ ਜਾਂਦੇ ਹਨ। ਇਹ ਸਭ ਬਕਵਾਸ ਹੈ। ਬਸ ਕਰੋ, ਇਹ ਸਭ ਬੰਦ ਕਰੋ ਅਤੇ ਚਲੋ ਗਰਮ ਪਕੌੜੇ ਖਾਈਏ। ਇਸ ਚਰਚਾ ਦਾ ਕੋਈ ਅੰਤ ਨਹੀਂ ਹੈ। ਬੇਟਾ ਹੋਵੇ ਜਾਂ ਧੀ, ਸਭ ਬਰਾਬਰ ਹਨ। ਅਸੀਂ ਸਾਰੇ ਇੰਨੇ ਸਾਲਾਂ ਬਾਅਦ ਇੱਥੇ ਮੌਜ ਮਸਤੀ ਕਰਨ ਲਈ ਇਕੱਠੇ ਹੋਏ ਹਾਂ ਅਤੇ ਤੁਸੀਂ ਸਾਰੀਆਂ ਇੰਨਾ ਗੰਭੀਰ ਵਿਸ਼ਾ ਲੈ ਕੇ ਬੈਠ ਗਈਆਂ ਹੋ। ਖਾਣਾ ਖਾ ਕੇ ਸਭ ਜਾਣ ਲੱਗੇ। ਪ੍ਰਭਜੋਤ ਤੇ ਗੁਰਪ੍ਰੀਤ ਨੇ ਮਨਪ੍ਰੀਤ ਨੂੰ ਕਿਹਾ ਕਿ ਹੁਣ ਅਸੀਂ ਜਾ ਰਹੇ ਹਾਂ। ਧੰਨਵਾਦ, ਅੱਜ ਤੁਹਾਡੇ ਕਾਰਨ ਅਸੀਂ ਸਾਰੇ ਮਿਲੇ, ਵਧੀਆ ਸਮਾਂ ਬਿਤਾਇਆ, ਚੰਗਾ ਲੱਗਾ, ਫਿਰ ਮਿਲਦੇ ਹਾਂ। ਤੇ ਸਾਰੇ ਆਪੋ ਆਪਣੇ ਘਰਾਂ ਨੂੰ ਚਲੇ ਗਏ। ਸੁਮਨ ਮਨਪ੍ਰੀਤ ਦੀ ਉਸਦੇ ਕੰਮ ਵਿੱਚ ਮਦਦ ਕਰ ਰਹੀ ਸੀ ਅਤੇ ਡੂੰਘੇ ਵਿਚਾਰਾਂ ਵਿੱਚ ਡੁੱਬੀ ਹੋਈ ਸੀ। ਮਨਪ੍ਰੀਤ ਨੇ ਪੁੱਛਿਆ, ਕੀ ਹੋਇਆ? ਸੁਮਨ ਕਿਹੜੇ ਖਿਆਲਾਂ ਵਿੱਚ ਡੁੱਬ ਗਈ? ਸੁਮਨ ਨੇ ਕਿਹਾ ਕਿ ਮੈਂ ਪ੍ਰਭਜੋਤ ਤੇ ਗੁਰਪ੍ਰੀਤ ਦੀਆਂ ਧੀ ਵਾਲੀ ਗੱਲ ਤੋਂ ਹੈਰਾਨ ਹਾਂ। ਮਨਪ੍ਰੀਤ, ਮੈਂ ਸੋਚਦੀ ਪਈ ਸੀ ਕਿ ਸ਼ਾਇਦ ਰੱਬ ਨੇ ਮੈਨੂੰ ਵੀ ਧੀ ਦਿੱਤੀ ਹੁੰਦੀ। ਮਨਪ੍ਰੀਤ ਨੇ ਸੁਮਨ ਨੂੰ ਕਿਹਾ ਕਿ ਤੂੰ ਫਾਲਤੂ ਸੋਚੀ ਜਾਨੀ ਹੈ। ਤੇਰੇ ਬੱਚੇ ਤੈਨੂੰ ਬਹੁਤ ਪਿਆਰ ਕਰਦੇ ਨੇ। ਕੁਝ ਦੇਰ ਗੱਲਾਂ ਕਰਕੇ ਸੁਮਨ ਉੱਥੋਂ ਚਲੀ ਗਈ। ਕੁਝ ਮਹੀਨਿਆਂ ਬਾਅਦ ਇੱਕ ਰਾਤ ਅਚਾਨਕ ਸੁਮਨ ਦੀ ਤਬੀਅਤ ਵਿਗੜ ਗਈ। ਉਹ ਬੋਲ ਨਹੀਂ ਪਾ ਰਹੀ ਸੀ। ਉਸਦੇ ਹੱਥ ਪੈਰ ਸੁੰਨ ਹੋ ਗਏ ਸਨ। ਉਹ ਜਿਉਂਦੀ ਲਾਸ਼ ਵਰਗੀ ਹੋ ਗਈ ਸੀ। ਸੁਖਦੇਵ ਅਤੇ ਸਤਪਾਲ ਉਸਨੂੰ ਹਸਪਤਾਲ ਲੈ ਆਏ। ਡਾਕਟਰ ਨੇ ਚੈੱਕਅਪ ਕੀਤਾ ਅਤੇ ਦੱਸਿਆ ਸੁਮਨ ਨੂੰ ਅਧਰੰਗ ਹੋ ਗਿਆ ਹੈ ਅਤੇ ਹੁਣ ਉਹ ਪੂਰੀ ਤਰ੍ਹਾਂ ਬਿਸਤਰੇ ਤੇ ਪੈ ਗਈ। ਠੀਕ ਹੋਣ ਦੀ ਸੰਭਾਵਨਾ ਬਹੁਤ ਘੱਟ ਹੈ। ਇੱਥੇ ਅਸੀਂ ਦਵਾਈ ਦੇ ਸਕਦੇ ਹਾਂ ਅਤੇ ਤੁਸੀਂ ਸਿਰਫ ਪ੍ਰਾਰਥਨਾ ਕਰੋ। ਸੁਖਦੇਵ ਨਿਰਾਸ਼ ਹੋ ਗਿਆ। ਬੱਚਿਆਂ ਦੀ ਹਾਲਤ ਦੇਖ ਕੇ ਮੈਨੂੰ ਤਰਸ ਆਇਆ। ਜਸਵੰਤ ਅਜੇ 8 ਕੁ ਸਾਲ ਦਾ ਸੀ। ਰਿਸ਼ਤੇਦਾਰ ਆਉਣ ਵਾਲੇ ਕਹਿੰਦੇ ਸੀ ਕਿ ਸ਼ਾਇਦ ਜੇ ਧੀ ਹੁੰਦੀ ਮਾਂ ਦੀ ਸੇਵਾ ਕਰਦੀ। ਤਿੰਨੋਂ ਮੁੰਡੇ ਕਿਵੇਂ ਸੰਭਾਲਣਗੇ ਮੰਜੇ ਤੇ ਪਈ ਮਾਂ ਨੂੰ? ਔਰਤਾਂ ਦੇ ਸਰੀਰ ਦੇ 100 ਪਰਦੇ ਹੁੰਦੇ ਹਨ। ਵਿਚਾਰੀ ਸੁਮਨ। ਕੋਈ ਨਰਸ ਰੱਖਣ ਦੀ ਸਲਾਹ ਦੇ ਰਹੇ ਸਨ ਜਦ ਕਿ ਕੋਈ ਨੌਕਰਾਣੀ। ਪਰ ਸੁਮਨ ਦਾ ਪੁੱਤਰ ਸਤਪਾਲ ਬਹੁਤ ਹੁਸ਼ਿਆਰ ਸੀ। ਉਸਨੇ ਹਿੰਮਤ ਨਹੀਂ ਹਾਰੀ। ਉਸਨੂੰ ਪਤਾ ਸੀ ਕਿ ਜ਼ਿੰਦਗੀ ਦੇ ਇਸ ਨਾਜ਼ੁਕ ਮੋੜ ਤੇ ਉਸਨੂੰ ਛੋਟੇ ਭਰਾਵਾਂ ਅਤੇ ਪਿਤਾ ਦਾ ਖਿਆਲ ਰੱਖਣਾ ਪਵੇਗਾ। ਅੱਜ ਮਾਂ-ਬਾਪ ਦੋਹਾਂ ਨੂੰ ਸਾਡੀ ਲੋੜ ਹੈ। ਅਸੀਂ ਆਪਣੀ ਮਾਂ ਦੀ ਸੇਵਾ ਆਪ ਕਰਾਂਗੇ। ਜੇਕਰ ਮਾਂ ਚਾਹੁੰਦੀ ਤਾਂ ਸਾਨੂੰ ਨੌਕਰਾਣੀ ਤੇ ਨਿਰਭਰ ਛੱਡ ਕੇ ਕੰਮ ਤੇ ਜਾ ਸਕਦੀ ਸੀ। ਉਸਨੂੰ ਅਹੁਦੇ ਤੇ ਤਰੱਕੀ ਮਿਲਣ ਵਾਲੀ ਸੀ, ਪਰ ਉਸਨੇ ਆਪਣੇ ਸੁਪਨਿਆਂ ਦੀ ਬਲੀ ਦੇ ਕੇ ਸਾਨੂੰ ਚੁਣਿਆ। ਅੱਜ ਸਾਡੀ ਵਾਰੀ ਹੈ। ਅਸੀਂ ਆਪਣੀ ਮਾਂ ਲਈ ਨੌਕਰਾਣੀ ਜਾਂ ਨਰਸ ਨਹੀਂ ਰੱਖਾਂਗੇ। ਅਸੀਂ ਉਸਦੀ ਸੇਵਾ ਕਰਾਂਗੇ, ਉਸਦੀ ਦੇਖਭਾਲ ਕਰਾਂਗੇ। ਹਾਂ ਵੀਰੇ, ਤੁਸੀਂ ਠੀਕ ਕਹਿ ਰਹੇ ਹੋ। 4 ਦਿਨਾਂ ਬਾਅਦ ਜਦੋਂ ਮਾਂ ਛੁੱਟੀ ਲੈ ਕੇ ਘਰ ਆਵੇਗੀ ਤਾਂ ਸਾਨੂੰ ਉਸਦੀ ਹਿੰਮਤ ਵਧਾਉਣੀ ਪਵੇਗੀ। ਅਸੀਂ ਉਸਨੂੰ ਕਦੇ ਵੀ ਬੇਵੱਸ ਮਹਿਸੂਸ ਨਹੀਂ ਹੋਣ ਦੇਵਾਂਗੇ ਅਤੇ ਅਸੀਂ ਜਸਵੰਤ ਦਾ ਵੀ ਖਿਆਲ ਰੱਖਣਾ ਹੈ। ਦੋਵੇਂ ਭਰਾ ਇੱਕ ਦੂਜੇ ਨੂੰ ਜੱਫੀ ਪਾ ਕੇ ਰੋਣ ਲੱਗੇ। ਜਦੋਂ ਸੁਮਨ 4 ਦਿਨਾਂ ਬਾਅਦ ਘਰ ਆਈ ਤਾਂ ਉਸ ਦੀਆਂ ਅੱਖਾਂ ਵਿੱਚ ਹੰਝੂਆਂ ਦਾ ਹੜ੍ਹ ਆ ਗਿਆ। ਉਹ ਕੋਈ ਕੰਮ ਕਰਨ ਤੋਂ ਅਸਮਰਥ ਸੀ। ਆਪਣੇ ਬੱਚਿਆਂ ਅਤੇ ਪਤੀ ਦੀ ਚਿੰਤਾ ਉਸਦੇ ਮਨ ਨੂੰ ਖਾ ਰਹੀ ਸੀ। ਸੁਮਨ ਨੂੰ ਰੋਂਦਾ ਦੇਖ ਕੇ ਸੁਖਦੇਵ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਰ ਆਈਆਂ। ਉਹ ਕੁਝ ਬੋਲ ਨਹੀਂ ਸਕਿਆ, ਪਰ ਉਸਨੇ ਸੁਮਨ ਦੀਆਂ ਅੱਖਾਂ ਪੜ੍ਹੀਆਂ। ਸਤਪਾਲ ਤੇ ਮਨਮੀਤ ਆਪਣੇ ਮਾਪਿਆਂ ਦੇ ਹੰਝੂਆਂ ਨੂੰ ਪੂੰਝਦੇ ਪਏ ਸਨ। ਪਾਪਾ, ਚਿੰਤਾ ਨਾ ਕਰੋ, ਅਸੀਂ ਦੋਵੇਂ ਤੁਹਾਡੇ ਨਾਲ ਹਾਂ। ਅਸੀਂ ਮਾਂ ਦੀ ਦੇਖਭਾਲ ਕਰਾਂਗੇ, ਅਸੀਂ ਉਸਦੀ ਸੇਵਾ ਕਰਾਂਗੇ। ਅੱਜ ਆਪਣੇ ਪੁੱਤਰਾਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਸੁਖਦੇਵ ਦਾ ਦੁੱਖ ਅੱਧਾ ਰਹਿ ਗਿਆ। ਦੋਵੇਂ ਪੁੱਤਰ ਆਪੋ ਆਪਣੀ ਮਾਂ ਦੀ ਸੇਵਾ ਵਿੱਚ ਰੁੱਝ ਗਏ। ਨਹਾਉਣਾ, ਖਵਾਉਣਾ, ਮਾਲਿਸ਼ ਕਰਨਾ, ਜਸਵੰਤ ਨੂੰ ਸਕੂਲ ਲਈ ਤਿਆਰ ਕਰਨਾ, ਸਾਰੇ ਕੰਮ ਇਕੱਠੇ ਹੀ ਕਰਦੇ ਸਨ। ਸਮਾਂ ਹੌਲੀ-ਹੌਲੀ ਲੰਘਣ ਲੱਗਾ। ਇੱਕ ਦਿਨ ਸੁਖਦੇਵ ਨੇ ਸੁਮਨ ਨੂੰ ਕਿਹਾ, ਸੁਮਨ, ਵੇਖ ਸਾਡੇ ਪੁੱਤਰ ਵੱਡੇ ਹੋ ਗਏ ਹਨ। ਜਿਨ੍ਹਾਂ ਨੂੰ ਮੈਂ ਨਿਕੰਮੇ ਅਤੇ ਬੇਕਾਰ ਸਮਝਦਾ ਸੀ, ਅੱਜ ਮੈਂ ਉਹਨਾਂ ਦੇ ਸਾਹਮਣੇ ਹਾਰ ਗਿਆ ਹਾਂ। ਮੈਂ ਇੱਕ ਧੀ ਚਾਹੁੰਦਾ ਸੀ, ਪਰ ਇਹ ਮੇਰੇ ਤਿੰਨੋਂ ਪੁੱਤਰ ਮੇਰਾ ਮਾਣ ਵਧਾ ਰਹੇ ਹਨ ਅਤੇ ਮੈਂ ਜੋ ਖੁਸ਼ੀ ਮਹਿਸੂਸ ਕਰ ਰਿਹਾ ਹਾਂ, ਮੈਂ ਬਿਆਨ ਨਹੀਂ ਕਰ ਸਕਦਾ। ਤੂੰ ਹਮੇਸ਼ਾ ਸਹੀ ਸੀ ਸੁਮਨ। ਮੇਰੇ ਪੁੱਤਰ ਮੇਰਾ ਮਾਣ ਹਨ।
ਤੇਰੇ ਪੁੱਤਰਾਂ ਨੇ ਤੇਰੀਆਂ ਗੱਲਾਂ ਨੂੰ ਸੱਚ ਸਾਬਿਤ ਕਰ ਦਿੱਤਾ ਹੈ। ਹੁਣ ਘੱਟੋ ਘੱਟ ਠੀਕ ਹੋ ਜਾ, ਹਿੰਮਤ ਕਰ ਤੇ ਉੱਠ। ਅਤੇ ਫਿਰ ਸੁਖਦੇਵ ਛੋਟੇ ਬੱਚੇ ਵਾਂਗ ਰੋਣ ਲੱਗ ਪਿਆ। 1 ਮਹੀਨੇ ਬਾਅਦ ਸੁਮਨ ਦੀ ਸਿਹਤ ਵਿੱਚ ਸੁਧਾਰ ਆਉਣਾ ਸ਼ੁਰੂ ਹੋ ਗਿਆ। ਡਾਕਟਰ ਨੇ ਵੀ ਠੀਕ ਹੋਣ ਦੀ ਸੰਭਾਵਨਾ ਹੁਣ 90% ਦੱਸੀ। ਇੱਕ ਦਿਨ ਸੁਮਨ ਦੀਆਂ ਸਹੇਲੀਆਂ ਉਸ ਨੂੰ ਮਿਲਣ ਆਈਆਂ। ਸੁਮਨ ਦੇ ਪੁੱਤਰਾਂ ਨੂੰ ਮਾਂ ਦੀ ਸੇਵਾ ਕਰਦੇ ਦੇਖ ਪ੍ਰਭਜੋਤ ਨੇ ਕਿਹਾ, ਸੁਮਨ ਤੂੰ ਠੀਕ ਸੀ। ਬੇਟਾ ਜਾਂ ਧੀ, ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਇਸ ਚੀਜ਼ ਨਾਲ ਪੈਂਦਾ ਹੈ ਕਿ ਅਸੀਂ ਕਿਵੇਂ ਉਹਨਾਂ ਨੂੰ ਕਦਰਾਂ ਕੀਮਤਾਂ ਦਿੰਦੇ ਹਾਂ। ਤੁਸੀਂ ਸੱਚ ਕਿਹਾ, ਤੁਹਾਡੇ ਪੁੱਤਰ ਤੁਹਾਡੀ ਸ਼ਾਨ ਹਨ। ਤੁਹਾਡੇ ਪੁੱਤਰਾਂ ਨੇ ਤੁਹਾਡੇ ਸ਼ਬਦਾਂ ਦੀ ਲਾਜ ਰੱਖੀ ਹੈ। ਸੁਮਨ ਦੀਆਂ ਅੱਖਾਂ ਵਿੱਚੋਂ ਖੁਸ਼ੀ ਦੇ ਹੰਝੂ ਵਹਿ ਰਹੇ ਸਨ। ਹੌਲੀ ਹੌਲੀ ਸੁਮਨ ਦੀ ਤਬੀਅਤ ਸੁਧਰਨ ਲੱਗੀ। ਹਰ ਵੇਲੇ ਇੱਕ ਦੂਜੇ ਨਾਲ ਲੜਦੇ ਰਹਿੰਦੇ ਬੱਚਿਆਂ ਦੇ ਇਸ ਪਿਆਰ ਨੂੰ ਦੇਖ ਕੇ ਸੁਮਨ ਵਿੱਚ ਇੱਕ ਵਾਰ ਫਿਰ ਜਿਉਣ ਦੀ ਇੱਛਾ ਪੈਦਾ ਹੋ ਗਈ। ਉਹ ਜਲਦੀ ਠੀਕ ਹੋ ਜਾਣਾ ਚਾਹੁੰਦੀ ਸੀ। ਆਪਣੇ ਬੱਚਿਆਂ ਨੂੰ ਜੱਫੀ ਪਾਉਣਾ ਚਾਹੁੰਦੀ ਸੀ। ਉਹਨਾਂ ਨੂੰ ਦੱਸਣਾ ਚਾਹੁੰਦੀ ਸੀ ਕਿ ਉਹਨਾਂ ਨੇ ਆਪਣੀ ਮਾਂ ਦਾ ਖਿਆਲ ਬਖੂਬੀ ਰੱਖਿਆ। ਸੁਮਨ ਦੀ ਪਰਵਰਿਸ਼ ਸਫਲ ਹੋਈ। ਸੋ ਦੋਸਤੋ, ਬੇਟਾ ਹੋਵੇ ਜਾਂ ਧੀ, ਬੱਚੇ ਹਮੇਸ਼ਾ ਆਪਣੇ ਮਾਤਾ-ਪਿਤਾ ਦਾ ਮਾਣ ਹੁੰਦੇ ਹਨ ਅਤੇ ਬੱਚਿਆਂ ਦਾ ਵੀ ਫਰਜ਼ ਬਣਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੇ ਇਸ ਮਾਣ ਨੂੰ ਕਦੇ ਟੁੱਟਣ ਨਾ ਦੇਣ। ਮੈਨੂੰ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਈ ਹੋਵੇਗੀ। ਕਿਰਪਾ ਕਰਕੇ ਮੇਰੇ ਚੈਨਲ ਨਿਊ ਪੰਜਾਬੀ ਕਹਾਣੀਆਂ ਨੂੰ ਸਬਸਕ੍ਰਾਈਬ ਕਰੋ। ਵੀਡੀਓ ਨੂੰ ਲਾਈਕ ਕਰਕੇ ਕਮੈਂਟ ਕਰਕੇ ਦੱਸੋ ਕਿ ਕਹਾਣੀ ਕਿਸ ਤਰ੍ਹਾਂ ਦੀ ਲੱਗੀ। ਨਿਊ ਪੰਜਾਬੀ ਕਹਾਣੀਆਂ ਚੈਨਲ ਦੀਆਂ ਟੌਪ ਰੇਟਡ ਕਹਾਣੀਆਂ ਹਨ। ਮਾਂ ਨਾਲ ਪੇਕੇ, ਭੈਣ ਭਰਾ, ਕੁਆਰੀ ਮਾਂ, ਨੂੰਹ ਪੁੱਤਰ, ਨੂੰਹ ਕਿਵੇਂ ਸੁਧਰੀ। ਕਿਰਪਾ ਕਰਕੇ ਚੈਨਲ 'ਚ ਜਾ ਕੇ ਸਾਰੀਆਂ ਕਹਾਣੀਆਂ ਸੁਣੋ ਤੇ ਇੰਜੋਏ ਕਰੋ ਤੇ ਕਮੈਂਟ ਕਰਕੇ ਦੱਸੋ ਕਿ ਤੁਹਾਡੀ ਫੇਵਰਿਟ ਕਹਾਣੀ ਕਿਹੜੀ ਹੈ। ਤੁਹਾਡਾ ਬਹੁਤ ਧੰਨਵਾਦ। ਰੱਬ ਰਾਖਾ।